ਪਰ ਨਮੋਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਜਿਨ੍ਹਾਂ ਲਈ ਤੁਸੀਂ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੀ ਉਸ ਗੱਲ ਨੂੰ ਬਰੀਕੀ ਨਾਲ ਸਮਝਿਆ ਨਹੀਂ। ਬੰਦੇ ਉਹੀ ਸੀ ਜਿਹੜੇ ਬਾਦਲ ਸਾਹਿਬ ਦੀਆਂ ਟਿਕਟਾਂ ਤੇ ਜਿੱਤ ਕੇ ਆਏ ਸੀ। ਅਸੀਂ ਰੋਸ ਵਜੋਂ ਅਸਤੀਫੇ ਦਿੱਤੇ ਸੀ। ਬੇਸ਼ੱਕ ਮੇਰੇ ਬਹੁਤ ਸਾਰੇ ਸਾਥੀ ਪਰ ਇਹ ਭੁੱਲ ਜਾਂਦੇ ਆ ਵੀ ਇਹ ਉਹੀ ਹਾਊਸ ਹੈ ਜਿਸ ਹਾਊਸ ਨੇ ਸੌਦਾ ਸਾਧ ਨੂੰ ਦਿੱਤੀ ਹੋਈ ਝੂਠੀ ਮਾਫੀ ਨੂੰ ਹੱਥ ਖੜੇ ਕਰਕੇ ਪ੍ਰਵਾਨ ਕਰ ਲਿਆ ਸੀ। ਸ਼੍ਰੋਮਣੀ ਕਮੇਟੀ ਦੀ ਜਿਹੜੀ ਉਹ ਹੋਂਦ ਹੈ, ਸਾਰੇ ਸਮਝਦੇ ਆ ਕਿ ਇੱਕ ਪਰਿਵਾਰ ਦੇ ਚੁੰਗਲ ਵਿੱਚ ਆਇਆ, ਕਦੋਂ ਉਹ ਆਜ਼ਾਦ ਹੋ ਸਕਦਾ ਹੈ। ਦੋ ਪਲੇਟਫਾਰਮ ਹਰ ਕਮਿਊਨਿਟੀ ਦੇ ਕੋਲ ਹੁੰਦੇ ਆ ਜੀ। ਇੱਕ ਰਾਜਨੀਤਿਕ ਪਲੇਟਫਾਰਮ, ਹਾਂਜੀ, ਇੱਕ ਧਾਰਮਿਕ। ਜਿਹੜੀ ਪਾਰਟੀ ਕਦੀ ਫੈਡਰਲਿਜ਼ਮ ਦੀ ਗੱਲ ਕਰਦੀ ਸੀ, ਜਿਹੜੀ ਇਹ ਗੱਲ ਕਹਿੰਦੀ ਸੀ ਵੀ ਇੱਕ ਪਰਿਵਾਰ 'ਚੋਂ ਇੱਕੋ ਹੀ ਟਿਕਟ ਦੇਣੀ ਹੈ, ਹਾਂਜੀ, ਉਹ ਇੱਥੇ ਤੱਕ ਹਾਲਾਤ ਚਲੇ ਗਏ ਵੀ ਅਕਾਲੀ ਦਲ ਬਣਿਆ ਤੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ। ਜੇ ਸਰਕਾਰ ਬਣੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮਿਨਿਸਟਰ ਬਿਕਰਮ ਸਿੰਘ ਮਜੀਠੀਆ, ਬਿਲਕੁਲ, ਮਿਨਿਸਟਰ ਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਉਹੀ ਸਾਰਾ ਪਰਿਵਾਰ ਬਾਕੀ 15-20 ਹੋ ਜੀ। ਸੌਦਾ ਸਾਧ ਨੂੰ ਘਰ ਸੱਦ ਕੇ ਜਥੇਦਾਰਾਂ ਨੂੰ ਮਾਫੀ ਦਵਾ ਦਿੱਤੀ ਗਈ। ਧਰਨੇ ਲਾਏ ਜਾਂਦੇ ਆ ਸ਼੍ਰੋਮਣੀ ਕਮੇਟੀ ਦੇ ਖਿਲਾਫ। ਧਰਨੇ ਲਾਉਣਾ, ਉੱਥੇ ਧਰਨੇ ਲਾਈ ਜਾਂਦੇ, 328 ਸਰੂਪਾਂ ਦੀ ਗੱਲ ਕੀਤੀ ਜਾਂਦੀ ਹੈ, ਪੁੱਛਿਆ ਜਾਂਦਾ। ਉੱਥੇ ਜਿਹੜੀ ਲੰਗਰਾਂ ਦੇ ਵਿੱਚ ਘੁਟਾਲੇ ਦੀ ਗੱਲ ਕੀਤੀ ਜਾਂਦੀ ਹੈ, ਰਮਾਲਿਆਂ ਦੀ ਗੱਲ ਕੀਤੀ ਜਾਂਦੀ, ਬਹੁਤ ਸਾਰੇ ਇਸ਼ੂ ਇੱਦਾਂ ਦੇ ਆ। ਉਹਨਾਂ ਨੂੰ ਹੱਲ ਕਰਨ ਦੀ ਬਜਾਏ ਉਹਨਾਂ ਦਾ ਜਵਾਬ ਉਲਟੇ ਪੁਲਟੇ ਤਰੀਕੇ ਨਾਲ ਦਿੱਤਾ ਜਾਂਦਾ। ਮੈਂ ਇਹ ਸਮਝਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਵਿੱਚ ਪਿਛਲੇ ਸਮੇਂ 'ਚ ਅਸਫਲ ਰਹੀ ਹੈ। ਸ਼੍ਰੋਮਣੀ ਕਮੇਟੀ ਦਾ ਲਿਖ ਕੇ ਮਹੀਨੇ ਬਾਅਦ ਗੁਰਦੁਆਰਾ ਗਜਟ ਛਾਪ ਦਿੰਦੀ ਹੈ ਵੀ ਸਾਨੂੰ ਇੰਨੀ ਆਮਦਨ ਹੋਈ, ਇੰਨਾ ਖਰਚਾ ਹੋਇਆ। ਮੈਨੂੰ ਕੋਈ ਮੋਟੀ ਸਾਧ ਦੱਸੇ ਵੀ ਉਹਨੇ ਇਹ ਕਦੀ ਕੋਲਕ ਦਾ ਹਿਸਾਬ ਸੰਗਤ ਨੂੰ ਦਿੱਤਾ ਹੋਵੇ, ਮੈਂ ਗੱਡੀਆਂ ਕਿੰਨੀਆਂ ਲੈ ਲਈਆਂ, ਜ਼ਮੀਨ ਕਿੰਨੀ ਲੈ ਲਈ, ਬਿਲਕੁਲ, ਤੇ ਪੁੱਤਾਂ ਦੇ ਵਿਆਹਾਂ ਤੇ ਕਿੰਨਾ ਖਰਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਦ ਦੇ ਦਰਸ਼ਕੋ, ਮੈਂ ਆਪ ਜੀ ਦਾ ਵੀਰ CS ਗੁਰੂ। ਦਰਸ਼ਕੋ, ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਤਾਂ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ ਇੱਕ ਨਾਂ ਉੱਭਰ ਕੇ ਸਾਹਮਣੇ ਆਉਂਦਾ ਹੈ, ਜਿਸ ਨਾਂ ਦੇ ਉੱਤੇ ਅੱਜ ਬਹੁਤ ਸਾਰੀਆਂ ਆਸਾਂ ਬੱਝੀਆਂ ਹੋਈਆਂ ਨੇ। ਉਸ ਨਾਂ ਦੇ ਨਾਲ ਨਾਲ ਇੱਕ ਗੱਲ ਜੁੜੀ ਹੋਈ ਹੈ ਕਿ ਜੇ ਬੇਬਾਕੀ ਅਤੇ ਇਮਾਨਦਾਰੀ ਨਾਲ ਕੋਈ ਗੱਲ ਕਰਨੀ ਹੈ ਤਾਂ ਉਹ ਸੁਖਦੇਵ ਸਿੰਘ ਭੌਰ। ਉਹਨਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਵੀ ਨੇ, ਪਰ ਉਹ ਮੋਹਰਲੀ ਕਤਾਰ ਵਿੱਚ ਗਿਣੇ ਜਾਂਦੇ ਨੇ। ਦਰਸ਼ਕੋ, ਜਦੋਂ ਅਸੀਂ ਬਹੁਤ ਸਾਰੀਆਂ ਗੱਲਾਂ ਨੂੰ ਵਿਚਾਰਦੇ ਹਾਂ, ਆਪਣੇ ਵਤਨਾਂ ਦੀ ਗੱਲ ਕਰਦੇ ਹਾਂ, ਆਪਣੇ ਪੰਜਾਬ ਦੀ ਗੱਲ ਕਰਦੇ ਹਾਂ, ਆਪਣੇ ਧਰਮ ਦੀ ਗੱਲ ਕਰਦੇ ਹਾਂ, ਸਿੱਖੀ ਅਤੇ ਸਿੱਖਾਂ ਦੀ ਗੱਲ ਕਰਦੇ ਹਾਂ, ਤਾਂ ਭੌਰ ਸਾਹਿਬ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਸੇਵਾ ਵਿੱਚ ਗੁਜ਼ਰਿਆ। ਕਿਹੜੀਆਂ ਕਿਹੜੀਆਂ ਸੇਵਾ ਕੀਤੀਆਂ ਜੇ ਮੈਂ ਗਿਣਨ ਲੱਗਿਆ ਤਾਂ ਇਹ ਪ੍ਰੋਗਰਾਮ ਸਾਰਾ ਇਸ ਪਾਸੇ ਲੱਗ ਜਾਏਗਾ। ਪਰ ਆਪਾਂ ਉਹਨਾਂ ਦੇ ਨਾਲ ਉਹਨਾਂ ਨੂੰ ਅੱਜ ਸਟੂਡੀਓ 'ਚ ਜੀ ਆਇਆਂ ਆਖੀਏ ਅਤੇ ਉਹਨਾਂ ਨੂੰ ਫਤਿਹ ਬੁਲਾਈਏ ਅਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰੀਏ। ਦਰਸ਼ਕੋ, ਤੁਹਾਡੇ ਵੱਲੋਂ, ਆਪਣੇ ਵੱਲੋਂ, ਅਕਾਲ ਚੰਦ ਦੀ ਪੂਰੀ ਟੀਮ ਵੱਲੋਂ ਆਓ ਭੌਰ ਸਾਹਿਬ ਨੂੰ ਫਤਿਹ ਬੁਲਾਈਏ। ਭੌਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੌਰ ਸਾਹਿਬ, ਜਦੋਂ ਤੁਹਾਡੀ ਜ਼ਿੰਦਗੀ ਦਾ ਇੱਕ ਇੱਕ ਪਲ ਜਿਹੜਾ ਆ ਉਹਦੇ ਬਾਰੇ ਗੱਲ ਕਰਦਿਆਂ ਮਾਣ ਵੀ ਹੁੰਦਾ ਹੈ, ਫਖਰ ਵੀ ਹੁੰਦਾ ਹੈ, ਪਰ ਕੁਛ ਨਮੋਸ਼ੀ ਵੀ ਹੁੰਦੀ ਹੈ। ਮਾਣ ਇਸ ਗੱਲ ਦਾ ਹੁੰਦਾ ਹੈ ਕਿ ਤੁਸੀਂ ਬਹੁਤ ਸਾਰਾ ਕੁਝ ਕੀਤਾ। ਫਖਰ ਵੀ ਇਸ ਗੱਲ ਦਾ ਹੁੰਦਾ ਕਿ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਬਲਬਲੇ ਨੇ ਜਿਨ੍ਹਾਂ ਨੂੰ ਤੁਸੀਂ ਕਰਨਾ ਚਾਹੁੰਦੇ ਹੋ। ਪਰ ਨਮੋਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਜਿਨ੍ਹਾਂ ਲਈ ਤੁਸੀਂ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੀ ਉਸ ਗੱਲ ਨੂੰ ਬਰੀਕੀ ਨਾਲ, ਪੂਰੀ ਸੰਜੀਦਗੀ ਨਾਲ ਸਮਝਿਆ ਨਹੀਂ। ਅੱਜ ਜਦੋਂ ਅਸੀਂ ਸਾਰੇ ਸਟਰਕਚਰ ਨੂੰ ਦੇਖਦੇ ਹਾਂ, ਅੱਜ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ। ਧਾਮੀ ਸਾਹਿਬ ਨੂੰ ਮੁੜ ਫੇਰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਸਾਰੀ ਪ੍ਰਕਿਰਿਆ ਨੂੰ ਭੌਰ ਸਾਹਿਬ ਤੁਸੀਂ ਕਿਸ ਤਰੀਕੇ ਨਾਲ, ਕਿਸ ਦ੍ਰਿਸ਼ਟੀ ਤੋਂ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗ ਕੇ ਇਹ ਗੱਲ ਕਰਦਾ, ਇੱਥੇ ਪ੍ਰਵਾਨ ਕੌਣ ਹੈ ਕੌਣ ਨਹੀਂ, ਬੰਦਿਆਂ ਦੀ ਨਿਗਾਹ ਵਿੱਚ ਕੁਝ ਲੋਕ ਪ੍ਰਵਾਨ ਹੁੰਦੇ ਆ, ਗੁਰੂ ਦੀ ਨਿਗਾਹ ਵਿੱਚ ਉਹ ਪ੍ਰਵਾਨ ਨਹੀਂ ਹੁੰਦੇ ਜੀ। ਸਿੱਖ ਗੁਰੂ ਤੇ ਸੰਗਤ ਨੂੰ ਜਵਾਬ ਦੇ ਜੀ। ਉਹਨੇ ਆਪਣੇ ਜੀਵਨ ਦੀ ਘਾਟ ਇਸ ਤਰੀਕੇ ਨਾਲ ਘੜਨੀ ਹੁੰਦੀ ਹੈ ਹਾਂਜੀ, ਕਿ ਉਹ ਸੰਗਤ ਦੀਆਂ ਅਸੀਸਾਂ ਵੀ ਲੈ ਸਕੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਵੀ ਪ੍ਰਾਪਤ ਕਰ ਸਕੇ ਜੀ। ਅਜਿਹੇ ਕਾਰਜ ਕਰਦਿਆਂ ਜਦੋਂ ਆਪਣੀ ਟੇਕ ਸੰਗਤ ਤੇ ਗੁਰੂ ਦੇ ਉੱਤੇ ਹੋਵੇ, ਫਿਰ ਜ਼ਿੰਦਗੀ 'ਚ ਨਮੋਸ਼ੀ ਕੋਈ ਨਹੀਂ ਆਉਂਦੀ। ਹਾਂਜੀ। ਸਤਿਗੁਰੂ ਸਾਹਿਬ ਜੀ ਦੇ ਹੁਕਮਾਂ ਮੁਤਾਬਕ ਜਿਹੋ ਜਿਹੇ ਹਾਲਾਤ ਬਣੇ, ਉਹਨਾਂ ਮੁਤਾਬਕ ਹੀ ਜ਼ਿੰਦਗੀ ਜਿਉਣਾ ਸਿੱਖੀ ਦਾ ਅਸੂਲ ਹੈ ਜੀ।
ਤੇ ਜਿਹੜੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਮੁੜ ਕੇ ਧਾਮੀ ਸਾਹਿਬ ਨੂੰ ਮਿਲਣ ਦੀ ਹੈ, ਹਾਂਜੀ, ਇਹ ਦੇਖੋ ਉਹਨਾਂ ਨੂੰ ਵੀ ਮਿਲਣੀ ਸੀ। ਬੰਦੇ ਉਹੀ ਸੀ ਜਿਹੜੇ ਬਾਦਲ ਸਾਹਿਬ ਦੀਆਂ ਟਿਕਟਾਂ ਤੇ ਜਿੱਤ ਕੇ ਆਏ ਸੀ। ਹਾਂਜੀ, ਕੁਛ ਨੇ ਅਸੀਂ ਜਦੋਂ ਬਾਈਬਲ ਤੇ ਬਰਗਾੜੀ ਦੀ ਘਟਨਾਕ੍ਰਮ ਹੋਇਆ, ਅਸੀਂ ਰੋਸ ਵਜੋਂ ਅਸਤੀਫੇ ਦਿੱਤੇ ਸੀ। ਬੇਸ਼ੱਕ ਮੇਰੇ ਬਹੁਤ ਸਾਰੇ ਸਾਥੀ ਮੁੜ ਕੇ ਫਿਰ ਉਹਨਾਂ ਦੀਆਂ ਸਫਾਂ ਸ਼ਾਮਲ ਹੋ ਗਏ ਜੀ, ਪਰ ਮੈਂ ਜੋ ਮੈਨੂੰ ਸਤਿਗੁਰੂ ਸਾਹਿਬ ਨੇ ਉਸ ਵੇਲੇ ਜੋ ਹੁਕਮ ਸੀ ਉਹਦੇ ਮੁਤਾਬਕ ਹੀ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਜੀ, ਮੈਂ 16 ਅਕਤੂਬਰ 2015 ਨੂੰ ਅਸਤੀਫਾ ਦਿੱਤਾ ਸੀ ਤੇ ਜਦ ਤੋਂ ਹੀ ਮੈਂ ਉਹਨਾਂ ਦੇ ਨੇੜੇ ਨਹੀਂ ਗਿਆ ਔਰ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਹੁਕਮਾਂ ਮੁਤਾਬਕ ਜੀਣ ਦਾ ਯਤਨ ਕਰ ਰਿਹਾ ਜੀ। 12 ਤਰੀਕ ਨੂੰ ਬੇਅਦਬੀ ਹੋਈ ਹੈ, ਹਾਂਜੀ, 12 ਨੂੰ ਹੀ ਧਰਨਾ ਲੱਗ ਗਿਆ ਸੀ ਤੇ 14 ਤਰੀਕ ਨੂੰ ਗੋਲੀ ਚੱਲ ਗਈ ਜੀ, 16 ਤਰੀਕ ਨੂੰ ਮੈਂ ਰਿਜ਼ਾਈਨ ਕਰਤਾ ਸੀ ਤੇ ਮੈਂ ਪਿੱਛੇ ਨਹੀਂ ਮੁੜ ਕੇ ਦੇਖਿਆ ਜੀ। ਹੁਣ ਜਿਹੜਾ ਧਾਮੀ ਸਾਹਿਬ ਦਾ ਦੁਬਾਰਾ ਬਣਨਾ ਨਾ, ਹਾਂਜੀ, ਇਹ ਦਰਅਸਲ ਜਿਹੜੇ ਸਾਡਾ ਬਾਹਰ ਬੈਠਾ ਸਾਡੀ ਪੰਥ ਹੈ ਨਾ, ਹਾਂਜੀ, ਵਿਦੇਸ਼ਾਂ 'ਚ ਬੈਠਾ ਜਾਂ ਪੰਜਾਬ ਤੋਂ ਬਾਹਰ ਬੈਠਾ, ਜੀ, ਉਹਨਾਂ ਨੂੰ ਹਰ ਵਾਰੀ ਇਦਾਂ ਲੱਗਣ ਲੱਗ ਜਾਂਦਾ ਵੀ ਨਵੀਂ ਚੋਣ ਆ ਗਈ ਆ, ਜਿਹੜੀ ਸਾਲਾਨਾ ਚੋਣ ਹੁੰਦੀ ਹੈ ਅਹੁਦੇਦਾਰਾਂ ਦੀ ਤੇ ਅੰਤਰਿਮ ਕਮੇਟੀ ਦੀ, ਜੀ, ਵੀ ਐਤਕੀ ਬੜੀ ਵੱਡੀ ਤਬਦੀਲੀ ਆ ਜਾਣੀ। ਜੀ, ਹਰ ਵਾਰੀ ਉਹਨਾਂ ਦੀ ਇਹ ਆਸ ਹੁੰਦੀ ਹੈ ਪਰ ਉਹ ਇਹ ਭੁੱਲ ਜਾਂਦੇ ਆ ਵੀ ਇਹ ਉਹੀ ਹਾਊਸ ਹੈ ਜਿਸ ਹਾਊਸ ਨੇ ਸੌਦਾ ਸਾਧ ਨੂੰ ਦਿੱਤੀ ਹੋਈ ਝੂਠੀ ਮਾਫੀ ਨੂੰ ਹੱਥ ਖੜੇ ਕਰਕੇ ਪ੍ਰਵਾਨ ਕਰ ਲਿਆ ਸੀ। ਇਹ ਉਹੀ ਹਾਊਸ ਹੈ ਜਦੋਂ ਸਤਿਗੁਰੂ ਸਾਹਿਬ ਜੀ ਦੇ ਸਰੂਪ ਗਲੀਆਂ ਵਿੱਚ ਰੁਲ ਰਹੇ ਸੀ ਜੀ, ਤੇ ਇਸ ਹਾਊਸ ਨੇ ਜੀ, ਇਹਨੂੰ ਕੋਈ ਗਰਮੀ ਨਹੀਂ ਸੀ ਆਈ। ਇਹਦੇ ਜਿਹੜੇ ਜਿੰਨੇ ਕੁ ਨੂੰ ਆਈ ਸੀ ਉਹ ਅੱਜ ਵੀ ਉੱਥੇ ਖੜੇ ਆ। ਜਿਨ੍ਹਾਂ ਨੇ ਸਮਝਿਆ ਸੀ ਵੀ ਸਰਕਾਰ ਦੀ ਅਣਗਹਿਲੀ ਹੈ ਔਰ ਪੰਥਕ ਅਖਵਾਉਣ ਵਾਲੀ ਸਰਕਾਰ ਦੀ ਨਾ ਅਹਿਲੀਅਤ ਕਰਕੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਅਪਮਾਨ ਹੋ ਰਿਹਾ, ਜੀ, ਸਿੰਘਾਂ ਦੇ ਉੱਤੇ ਤਸ਼ੱਦਦ ਹੋ ਰਿਹਾ, ਉਹ ਅੱਜ ਵੀ ਉੱਥੇ ਖੜੇ ਆ। ਜੀ। ਪਰੰਤੂ ਇਹ ਜਿਹੜੀ ਬਹੁਤਾਤ ਹੈ ਜਿਹੜੀ ਜਿਨ੍ਹਾਂ ਦੀਆਂ ਵੋਟਾਂ ਨਾਲ ਉਹ ਵਾਰ-ਵਾਰ ਬਣਦੇ ਆ ਜਾਂ ਬਣਾਉਂਦੇ ਆ ਬਣਾਉਣ ਵਾਲੇ, ਉਹਨਾਂ ਨੂੰ ਤਾਂ ਉਸ ਵੇਲੇ ਵੀ ਗਰਮੀ ਨਹੀਂ ਸੀ ਆਈ ਤੇ ਜੇ ਗਰਮੀ ਆਈ ਹੁੰਦੀ ਤਾਂ ਅੱਜ ਹਾਲਾਤ ਹੋਰ ਦੇ ਹੋਰ ਹੋਣੇ ਸੀ। ਜੀ। ਇਸ ਕਰਕੇ ਇਹਨਾਂ ਮੈਂਬਰਾਂ ਤੋਂ ਇਹੀ ਆਸ ਰੱਖੀ ਜਾ ਸਕਦੀ ਸੀ ਤੇ ਇਹ ਆਪਣੀ ਆਵਾਜ਼ ਨਾ ਜ਼ਮੀਰ ਇਹਨਾਂ ਨੂੰ ਪਹਿਲਾਂ ਸੁਣੀ ਸੀ ਤਾਂ ਨਾ ਹੁਣ ਸੁਣਨੀ ਸੀ। ਪੌਰ ਸਾਹਿਬ ਜੀ, ਇਹੀ ਹਾਲ ਰਿਹਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜੇ ਕਿਉਂਕਿ ਇਹ ਗੱਲ ਬਿਲਕੁਲ ਠੀਕ ਹੈ ਕਿ ਜਿੰਨੇ ਵੀ NRI ਨੇ, ਜਿੰਨੇ ਵੀ ਵਿਦੇਸ਼ਾਂ 'ਚ ਪੰਜਾਬੀ ਬੈਠੇ ਨੇ, ਜਿੰਨੇ ਵੀ ਚਾਹੇ ਉਹ ਕਿਸੇ ਵੀ ਰੂਪ ਵਿੱਚ, ਚਾਹੇ ਸਹਿਜਧਾਰੀ ਸਿੱਖ ਨੇ, ਚਾਹੇ ਉਹ ਗੁਰੂ ਦੇ ਲੜ ਲੱਗੇ ਨੇ, ਉਹ ਸਾਰਿਆਂ ਦਾ ਇਹ ਹੈ ਕਿ ਸਾਡੇ ਵਤਨ ਵੱਲੋਂ ਠੰਡੀ ਹਵਾ ਹੈ ਔਰ ਸਭ ਦੀ ਆਸ ਜਿਹੜੀ ਆ, ਆਸਥਾ ਜਿਹੜੀ ਆ, ਉਹ ਸ੍ਰੀ ਅਕਾਲ ਤਖਤ ਸਾਹਿਬ ਨਾਲ ਬੱਝੀ ਹੋਈ ਹੈ। ਪਰ ਜਦੋਂ ਉਹ ਗੱਲ ਨਹੀਂ ਹੁੰਦੀ, ਉਹਨਾਂ ਨੂੰ ਨਮੋਸ਼ੀ ਹੋਣੀ ਜਾਂ ਉਹਨਾਂ ਦਾ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਦਾ ਉੱਠਣਾ, ਇਹ ਸੁਭਾਵਿਕ ਹੈ। ਪਰ ਇਹ ਜੇ ਸਾਰਾ ਕੁਝ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਇਹਦਾ ਕੋਈ ਹੱਲ ਕੀ ਹੋਏਗਾ? ਸ਼੍ਰੋਮਣੀ ਕਮੇਟੀ ਦੀ ਜਿਹੜੀ ਉਹ ਹੋਂਦ ਹੈ, ਉਹਨੂੰ ਕਦੋਂ ਮੁੜ ਕੇ ਰਿਵਾਈਵ ਹੋ ਸਕਦੀ ਆ? ਕਦੋਂ ਇਹ ਸਾਰਾ ਕੁਝ ਜਿਹੜਾ ਇਸ ਵੇਲੇ ਸਾਰੇ ਸਮਝਦੇ ਆ ਕਿ ਇੱਕ ਪਰਿਵਾਰ ਦੇ ਚੁੰਗਲ ਵਿੱਚ ਆਇਆ, ਕਦੋਂ ਉਹ ਆਜ਼ਾਦ ਹੋ ਸਕਦਾ ਹੈ? ਦੇਖੋ, ਇਹ ਦਰਅਸਲ ਜਿਹੜਾ ਟਰਨਿੰਗ ਪੁਆਇੰਟ ਸੀਗਾ ਨਾ ਸਾਰੀ ਇਸ ਸਿੱਖ ਪੋਲਿਟਿਕਸ ਦੇ ਵਿੱਚ ਜਾਂ ਪੰਥਕ ਸੰਸਥਾਵਾਂ ਦੇ ਵਕਾਰ ਦੇ ਵਿੱਚ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਜੀ ਵਕਾਰ ਨੂੰ ਢਾਹ ਲੱਗਣ ਦਾ ਜੇ ਮੈਂ ਸਮਝਦਾ ਕੋਈ ਕਾਰਨ ਬਣਿਆ ਨਾ, ਜੇ ਟਰਨਿੰਗ ਪੁਆਇੰਟ ਕਹੀਏ ਤਾਂ ਉਹ ਟੌੜਾ ਸਾਹਿਬ ਦਾ ਰੁਖਸਤ ਹੋਣਾ ਸੀ। ਜੀ। ਟੌੜਾ ਸਾਹਿਬ ਬਾਦਲ ਸਾਹਿਬ ਤੋਂ ਵੱਡੇ ਕੱਦ ਦੇ ਆਗੂ ਸੀ। ਹਾਂਜੀ। ਉਹਨਾਂ ਦਾ ਸਤਿਕਾਰ ਬਹੁਤ ਸੀ। ਉਹ ਜੇ ਪ੍ਰਧਾਨ ਬਣਦੇ ਸੀ ਤਾਂ ਆਪ ਬਣਦੇ ਸੀ, ਉਹਨਾਂ ਨੂੰ ਕੋਈ ਬਣਾਉਂਦਾ ਨਹੀਂ ਸੀ। ਬਿਲਕੁਲ। ਤੇ ਪੰਥ ਦੀ ਆਸ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੈ ਤੇ ਉਹ ਇਸ ਕਰਕੇ ਆ ਵੀ ਉੱਥੇ ਪੰਥ ਦੀਆਂ ਆਸਾਂ ਮੁਤਾਬਕ ਉੱਥੇ ਲੀਡ ਕਰਨ ਵਾਲਾ ਲੀਡਰ ਪ੍ਰਧਾਨ ਬਣੇ। ਬਹੁਤਾ ਸਮਾਂ ਹੁਣ ਇਦਾਂ ਦਾ ਮਿਲਿਆ ਟੌੜਾ ਸਾਹਿਬ ਤੋਂ ਬਾਅਦ, ਲੀਡਰਾਂ ਦੀਆਂ ਮਜਬੂਰੀਆਂ ਹੀ ਉੱਥੇ ਪ੍ਰਧਾਨ ਬਣੀਆਂ। ਬਿਲਕੁਲ। ਉਹਨਾਂ ਨੇ ਆਪਣੀਆਂ ਵੋਟਾਂ ਦਾ ਹਿਸਾਬ ਕਿਤਾਬ, ਪੰਥ ਕਿਵੇਂ ਉਹਨਾਂ ਨੂੰ ਵੋਟਾਂ ਪਾ ਸਕਦਾ, ਇਸੇ ਚੀਜ਼ ਨੂੰ ਮੁੱਖ ਰੱਖ ਕੇ ਉਹਨਾਂ ਨੇ ਜਾਂ ਆਪਣੇ ਕਿਸੇ ਹੱਥ ਠੋਕੇ ਦੀ ਵਰਤੋਂ ਕੀਤੀ ਹੈ। ਬਾਰ-ਬਾਰ ਕੋਈ ਲੀਡਰ ਪ੍ਰਧਾਨ ਨਹੀਂ ਬਣ ਸਕਿਆ ਕਿਉਂਕਿ ਲੀਡਰ ਉਹਨਾਂ ਨੇ ਬਣਨੇ ਹੀ ਨਹੀਂ ਦਿੱਤਾ ਬਾਅਦ ਵਿੱਚ। ਦੋ ਪਲੇਟਫਾਰਮ ਹਰ ਕਮਿਊਨਿਟੀ ਦੇ ਕੋਲ ਹੁੰਦੇ ਆ ਜੀ। ਇੱਕ ਰਾਜਨੀਤਿਕ ਪਲੇਟਫਾਰਮ, ਹਾਂਜੀ, ਇੱਕ ਧਾਰਮਿਕ ਸੰਗਠਨਾਤਮਕ ਪਲੇਟਫਾਰਮ ਜੀ, ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਪੰਥਕ ਸੰਸਥਾਵਾਂ। ਹਾਂਜੀ।
ਬਦਕਿਸਮਤੀ ਇਹ ਰਹੀ ਹੈ ਵੀ ਟੌੜਾ ਸਾਹਿਬ ਤੋਂ ਬਾਅਦ ਬਾਦਲ ਪਰਿਵਾਰ ਨੇ ਜੀ ਆਪਣੇ ਸਾਰੇ ਹੀ ਸੋਰਸਿਸ ਜੁਟਾ ਕੇ ਹਾਂਜੀ ਜੋ ਪੰਥਕ ਸੰਸਥਾਵਾਂ ਦੀ ਅਗਵਾਈ ਕਰਨ ਵਾਲੀਆਂ ਪੋਸਟਾਂ ਸੀ ਉਹ ਵੀ ਆਪਣੀ ਜੇਬ 'ਚ ਪਾ ਲਈਆਂ, ਜਿਨ੍ਹਾਂ ਨੇ ਰਾਜਨੀਤਿਕ ਅਗਵਾਈ ਕਰਨੀ ਸੀ ਉਹ ਵੀ ਆਪਣੀਆਂ ਜੇਬ 'ਚ ਪਾ ਲਈ। ਕੁਝ ਚਾਪਲੂਸ ਕਿਸਮ ਦੇ ਲੋਕ ਜਿਹੜੇ ਆਪਣੀ ਯੋਗਤਾ ਨਾਲ ਅੱਗੇ ਨਹੀਂ ਵੱਧ ਸਕਦੇ ਹੁੰਦੇ, ਉਹ ਕਿਸੇ ਵੱਡੇ ਦਾ ਸਹਾਰਾ ਲੈ ਕੇ ਆਪਣੀ ਰਾਜਨੀਤੀ ਕਰਨਾ ਚਾਹੁੰਦੇ ਹੁੰਦੇ, ਉਹ ਵੀ ਉਧਰ ਲੱਗ ਗਏ। ਠੀਕ ਹੈ। ਨਤੀਜਾ ਇਹ ਨਿਕਲਿਆ ਵੀ ਵੱਡੇ ਪਰਿਵਾਰਾਂ ਨੇ ਵੱਡੇ ਅਹੁਦੇ ਲੈ ਲਏ, ਜਿਹੜੇ ਛੋਟੇ ਸੀ ਉਹਨਾਂ ਨੂੰ ਛੋਟੇ ਦੇ ਕੇ ਸੈਟੀਸਫਾਈ ਕਰ ਦਿੱਤਾ ਗਿਆ। ਹਾਲਾਤ ਇਹ ਬਣ ਗਏ 2003 ਦੇ ਵਿੱਚ ਟੌੜਾ ਸਾਹਿਬ ਚੜ੍ਹਾਈ ਕੀਤੇ ਜੀ, 7 ਦੇ ਵਿੱਚ ਸੁਖਬੀਰ ਸਿੰਘ ਪ੍ਰਧਾਨ ਬਣ ਗਿਆ। ਜੀ ਜਿਹੜੀ ਪਾਰਟੀ ਕਦੀ ਫੈਡਰਲਿਜ਼ਮ ਦੀ ਗੱਲ ਕਰਦੀ ਸੀ, ਜਿਹੜੀ ਇਹ ਗੱਲ ਕਹਿੰਦੀ ਸੀ ਵੀ ਇੱਕ ਪਰਿਵਾਰ 'ਚੋਂ ਇੱਕੋ ਹੀ ਟਿਕਟ ਦੇਣੀ ਹੈ, ਹਾਂਜੀ, ਉਹ ਇੱਥੇ ਤੱਕ ਹਾਲਾਤ ਚਲੇ ਗਏ ਵੀ ਅਕਾਲੀ ਦਲ ਬਣਿਆ ਤੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਰਿਸ਼ਤੇਦਾਰ ਜਨਰਲ ਸੈਕਟਰੀ, ਜੀ ਇੱਕ ਉਹਨਾਂ ਦਾ ਦਾਮਾਦ ਬਾਦਲ ਸਾਹਿਬ ਦਾ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ। ਬਾਕੀਆਂ ਨੂੰ ਛੱਡ ਦਿਓ, ਮੈਂ ਮੋਟੇ ਤੌਰ ਤੇ ਗੱਲ ਕਰਦਾ। ਜੇ ਸਰਕਾਰ ਬਣੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮਿਨਿਸਟਰ ਬਿਕਰਮ ਸਿੰਘ ਮਜੀਠੀਆ, ਬਿਲਕੁਲ, ਮਿਨਿਸਟਰ ਵਿਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਉਹੀ ਸਾਰਾ ਪਰਿਵਾਰ ਬਾਕੀ 15-20 ਹੋਰ। ਜੀ ਹੁਣ ਜੇ ਜਦੋਂ ਕੋਈ ਗੱਲ ਕਰਦੇ ਆ ਨਾ ਅਸੀਂ ਤੇ ਪੰਥਕ ਇੰਸਟੀਚਿਊਸ਼ਨ ਦੇ ਫੇਲਿਅਰ ਦੀ ਜਾਂ ਅਕਾਲੀ ਪੋਲਿਟਿਕਸ ਦੀ, ਜੀ ਲੋਕ ਕਈ ਵਾਰੀ ਇਹ ਕਹਿ ਦਿੰਦੇ ਆ ਵੀ ਜੀ ਤੁਸੀਂ ਇੱਕ ਪਰਿਵਾਰ ਦੀ ਗੱਲ ਕਿਉਂ ਕਰਦੇ। ਹੁਣ ਜਦੋਂ ਪਰਿਵਾਰ ਹੀ ਧਾਰਮਿਕ ਸ਼ਕਤੀ ਤੇ ਬੈਠਾ, ਪਰਿਵਾਰ ਹੀ ਰਾਜਨੀਤਿਕ ਸ਼ਕਤੀ ਤੇ ਬੈਠਾ, ਤੇ ਹੋਰ ਕਿਹਦੀ ਗੱਲ ਕਰੀਏ। ਉਹਦੀ ਗੱਲ ਹੋਣੀ ਹੈ, ਬਿਲਕੁਲ। ਅਕਾਲੀ ਦਲ ਦੇ ਪ੍ਰਧਾਨ ਨੇ ਹੀ ਟਿਕਟਾਂ ਦੇ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾਉਣੇ ਸੀ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਚਲਾਉਣਾ ਸੀ, ਔਰ ਇਸੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਸਾਹਿਬ ਦੀ ਸਥਾਪਨਾ ਕਰਨੀ ਸੀ। ਤੇ ਜੇ ਕੋਈ ਵੱਡੇ ਕੱਦ ਵਾਲਾ ਜਾਂ ਆਜ਼ਾਦ ਸੋਚ ਵਾਲਾ ਬੰਦਾ ਸ਼੍ਰੋਮਣੀ ਕਮੇਟੀ ਤੇ ਬੈਠਾ ਹੁੰਦਾ, ਫਿਰ ਤਾਂ ਆਪਾਂ ਉਹਨੂੰ ਉਲਾਂਭਾ ਦੇ ਦਿੰਦੇ। ਹਾਂਜੀ, ਹੁਣ ਤਾਂ ਰਸਤੇ 'ਚ ਡਿੱਕਾ ਕੋਈ ਨਹੀਂ ਸੀ। ਇਹੀ ਕਾਰਨ ਹੋਇਆ ਵੀ ਸੌਦਾ ਸਾਧ ਨੂੰ ਘਰ ਸੱਦ ਕੇ ਜਥੇਦਾਰਾਂ ਨੂੰ ਮਾਫੀ ਦਵਾ ਦਿੱਤੀ ਗਈ ਤੇ ਉਹ ਪੰਥ ਨੇ ਪ੍ਰਵਾਨ ਨਹੀਂ ਕੀਤੀ, ਵਾਪਸ ਲੈ ਲਈ ਗਈ। ਇਹ ਜਿਹੜੇ ਮਜ਼ਾਕ ਬਣੇ ਆ, ਜੇ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ, ਕਿੱਥੇ ਅਕਾਲੀ ਦਲ ਦਾ ਪ੍ਰਧਾਨ ਜੇ ਕਿਤੇ ਮਾੜੀ ਮੋਟੀ ਵੀ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਹੋ ਜਾਂਦੀ, ਮੋਰਚੇ ਲਾਉਣ ਤੱਕ ਜਾਂਦਾ ਸੀ। ਬਿਲਕੁਲ। ਤੇ ਉਸ ਵੇਲੇ ਅਕਾਲੀ ਦਲ ਦਾ ਪ੍ਰਧਾਨ ਜਦੋਂ ਬਾਈਬਲ ਕਲਾਂ ਤੇ ਬਰਗਾੜੀ ਦਾ ਘਟਨਾਕ੍ਰਮ ਹੋਇਆ, ਉਹ ਜਿਹੜੇ ਰੋਸ ਪ੍ਰਗਟ ਕਰ ਰਿਹਾ ਸਿੰਘਾਂ ਨੂੰ ਕਹਿ ਰਿਹਾ ਸੀ ਇਹ ਘਰਾਂ ਤੋਂ ਵਿਹਲੇ, ਇਹਨਾਂ ਨੂੰ ਘਰਾਂ 'ਚ ਕੋਈ ਪੁੱਛਦਾ ਨਹੀਂ, ਤਾਂ ਮੁਜ਼ਾਹਰੇ ਕਰ ਰਹੇ। ਬਿਲਕੁਲ। ਹਾਲਾਤ ਬਦਲ ਗਏ ਸਾਰੇ, ਜਿਨ੍ਹਾਂ ਕਰਕੇ ਲੀਡਰਸ਼ਿਪ ਦਾ ਸਤਿਕਾਰ ਕਰਦਾ ਸੀ ਪੰਥ, ਉਹ ਗੱਲਾਂ ਸਾਰੀਆਂ ਛੱਡ ਦਿੱਤੀਆਂ ਗਈਆਂ। ਪੰਜਾਬ ਦੇ ਵਿੱਚ ਇਮਤਿਹਾਨ ਦਿੰਦੇ ਬੱਚਿਆਂ ਦੇ ਕੜੇ ਕਕਾਰ ਲਹਾ ਲੈ ਗਏ, ਦਸਤਾਰਾਂ ਰੁਲ ਗਈਆਂ, ਤੇ ਉਹਨਾਂ ਨੂੰ ਕਦੀ ਗਰਮੀ ਨਹੀਂ ਆਈ, ਕਦੀ ਉਹਨਾਂ ਦਾ ਬਿਆਨ ਹੀ ਨਹੀਂ ਆਇਆ। ਔਰ ਸਭ ਜਿਹੜੀ ਹੁਣ VOTING ਦੀ ਅਨਾਉਂਸਮੈਂਟ ਹੋਈ ਹੈ ਕਿ ਵੋਟਾਂ ਬਣਾਓ, ਇਲੈਕਸ਼ਨ ਹੋਣ ਦੀ ਗੱਲ ਚੱਲੀ ਹੈ, ਉਹਦੇ ਵਿੱਚ ਜਿਹੜੇ ਤੁਹਾਡੀ ਸੋਚ ਨਾਲ ਸੋਚ ਮਿਲਾਉਣ ਵਾਲੇ ਨੇ, ਉਹਨਾਂ ਦਾ ਕੀ ਝੁਕਾਅ ਕਿ ਇਹ ਕਿਸ ਤਰ੍ਹਾਂ ਇਹ ਗੱਲਬਾਤ ਜਿਹੜਾ ਹੈ ਉਹਨੂੰ ਦੂਰ ਕੀਤਾ ਜਾ ਸਕਦਾ? ਦੇਖੋ, ਮੇਰੇ ਤਕਰੀਬਨ ਸਾਰੇ ਸੰਪਰਕ 'ਚ ਰਹਿੰਦੇ ਆ ਜੀ। ਮੈਂ ਉਹਨਾਂ ਨੂੰ ਰਾਏ ਵੀ ਇਹ ਦਿੰਦਾ, ਮੇਰੀ ਆਪਣੀ ਰਾਏ ਆ। ਮੈਂ ਉਹਨਾਂ ਨੂੰ ਕਹਿੰਦਾ ਨਾ ਵੀ ਹਰ ਇੱਕ ਬੰਦੇ ਦਾ ਕੰਮ ਚੋਣਾਂ ਲੜਨਾ ਨਹੀਂ ਹੁੰਦਾ। ਬਿਲਕੁਲ। ਚੋਣ ਲੜਾਉਣ ਵਾਲੇ ਬੰਦੇ ਵੀ ਚਾਹੀਦੇ। ਬਿਲਕੁਲ। ਬਾਰ-ਬਾਰ ਪਰਖ ਚੁੱਕੀ ਲੀਡਰਸ਼ਿਪ ਨੂੰ ਬਾਰ-ਬਾਰ ਪਰਖਣਾ ਵੀ ਕੌਮ ਦੇ ਹਿੱਤ ਵਿੱਚ ਨਹੀਂ ਹੈ। ਬਿਲਕੁਲ। ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੀਦਾ, ਔਰ ਜਿਹੜੇ ਸਾਡੇ ਵਰਗੇ ਆ ਨਾ, ਸਾਨੂੰ ਪਿੱਛੇ ਬੈਠ ਕੇ ਉਹਨਾਂ ਨੂੰ ਗਾਈਡ ਕਰਨਾ ਚਾਹੀਦਾ। ਠੀਕ ਹੈ। 15-20 ਸਰੀਰੇ ਇੱਦਾਂ ਦੇ ਆ ਜਾਣ ਜਿਹੜੇ ਤਿਆਗ ਕਰਕੇ ਕਹਿਣ ਵੀ ਅਸੀਂ ਪਿੱਛੇ ਬੈਠ ਕੇ ਤੁਹਾਨੂੰ ਗਾਈਡ ਕਰਦੇ ਹਾਂ, ਬੱਚਿਓ ਤੁਸੀਂ ਤਕੜੇ ਹੋ ਕੇ ਲੜਾਈ ਲੜੋ। ਔਰ ਬੇਸ਼ੱਕ ਇਹ ਲੱਗਦਾ ਹੈ ਵੀ ਇਹ ਸੰਭਵ ਨਹੀਂ, ਪਰ ਮੈਨੂੰ ਇਹ ਲੱਗਦਾ ਵੀ ਇਹਦਾ ਰਿਜ਼ਲਟ ਬਹੁਤ ਅੱਛਾ ਨਿਕਲ ਸਕਦਾ। ਜਦੋਂ ਸੰਗਤ ਨੂੰ ਇਹ ਪਤਾ ਲੱਗ ਜਾਏ ਨਾ ਵੀ ਇਹਨਾਂ ਦੀ ਆਪਣੀ ਕੋਈ ਮਨਸ਼ਾ ਨਹੀਂ, ਇਹ ਕੁਰਸੀਆਂ ਦੇ ਭੁੱਖੇ ਨਹੀਂ, ਇਹ ਕੌਮ ਦੀ ਬਿਹਤਰੀ ਚਾਹੁੰਦੇ ਆ ਤੇ ਨਵੇਂ ਚਿਹਰੇ ਪਰਖਣੇ ਚਾਹੁੰਦੇ ਆ, ਤੇ ਕੌਮ ਸਾਥ ਦੇਗੀ, ਜ਼ਰੂਰ ਦੇਗੀ। ਦੂਜੀ ਗੱਲ ਇਹ ਹੈ ਵੀ ਹੁਣ ਇਸ ਵਾਰੀ ਵੀ ਲੱਗਦਾ ਇੱਦਾਂ ਵੀ ਬਹੁਤ ਸਾਰੇ ਇਹ ਸੋਚਦੇ ਧਾਰਨੀ ਸਿੱਖ ਹੈ ਜਥੇਬੰਦੀਆਂ ਜਿਹੜੀਆਂ ਬਾਦਲ ਰਿਜ਼ਾਈਮ ਨੂੰ ਉੱਥੋਂ ਬਦਲਣਾ ਚਾਹੁੰਦੀਆਂ ਜੀ, ਪਰ ਜਿਸ ਢੰਗ ਨਾਲ ਲੜ ਰਹੀਆਂ ਉਹ ਢੰਗ ਠੀਕ ਨਹੀਂ ਹੈ। ਢੰਗ ਇਸ ਕਰਕੇ ਠੀਕ ਨਹੀਂ ਹੈ ਵੀ ਆਪਸ ਵਿੱਚ ਹੀ ਇੱਕ ਦੂਜੇ ਦੇ ਖਿਲਾਫ ਮੰਦੇ ਚੰਗੇ ਬੋਲ ਇੰਨੇ ਬੋਲੇ ਜਾ ਰਹੇ ਆ, ਕੁੜੱਤਣ ਇੰਨੀ ਵਧਾਈ ਜਾ ਰਹੀ ਹੈ, ਜਿਹਦਾ ਫਾਇਦਾ ਉਹਨਾਂ ਨੂੰ ਫੇਰ ਹੋ ਜਾਣਾ। ਬਿਲਕੁਲ। ਅੱਛਾ, ਹੁਣ ਮੈਨੂੰ ਵੀ ਕੱਲ ਪਰਸੋਂ ਵੀ ਕੋਈ ਪੁੱਛਦੇ ਸੀ ਸੱਜਣ ਵੀ ਕਿਵੇਂ ਇਕੱਠੇ ਹੋਇਆ ਜਾ ਸਕਦਾ।
ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਦੇਖੋ ਵਿਅਕਤੀ ਜਦੋਂ ਇਕੱਠੇ ਹੁੰਦੇ ਆ ਚੌਧਰਾਂ ਦੀ ਖਾਤਰ ਇਕੱਠੇ ਹੁੰਦੇ, ਹਾਂਜੀ ਵੀ ਜੇ ਅਸੀਂ ਪਾਵਰ 'ਚ ਆ ਗਿਆ ਤੂੰ ਮੈਨੂੰ ਪ੍ਰਧਾਨ ਬਣਾ ਦੇਈਂ, ਮੈਂ ਤੈਨੂੰ ਆਹ ਬਣਾ ਦੂੰ, ਮੈਂ ਤੈਨੂੰ ਆਹ ਬਣਾ ਦੂੰ। ਬਿਲਕੁਲ। ਇਹ ਬਿਰਤੀ ਛੱਡਣੀ ਪਊਗੀ ਔਰ ਘੱਟੋ ਘੱਟ ਸਾਂਝਾ ਪ੍ਰੋਗਰਾਮ ਕੋਈ ਨਾ ਕੋਈ ਉਲੀਕਣਾ ਪਵੇਗਾ। ਕੋਈ ਨਾ ਕੋਈ, ਹੁਣ ਸਰਕਾਰਾਂ ਨਹੀਂ ਬਣਦੀਆਂ ਬਾਜੀ ਵੇਲੇ 30-35 ਪਾਰਟੀਆਂ ਰਲ ਕੇ ਸਰਕਾਰ ਬਣਾ ਲੈਣੀ। ਬਿਲਕੁਲ। ਉਹ ਇੱਕ ਡਾਕੂਮੈਂਟ ਬਣਾਉਣੀਆਂ ਜਿਹਨੂੰ ਉਹ ਕਹਿੰਦੀਆਂ ਕਾਮਨ ਮਿਨੀਮਮ ਪ੍ਰੋਗਰਾਮ, ਤੇ ਪੰਥ ਵੀ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਸਕਦਾ। ਜਿਹੜੀਆਂ ਗੱਲਾਂ ਤੇ ਸਹਿਮਤੀ ਹੋ ਸਕਦੀ ਆ ਉਹਨਾਂ ਗੱਲਾਂ ਨੂੰ ਫਲੋਟ ਕੀਤਾ ਜਾ ਸਕਦਾ, ਉਹ ਕਰਕੇ ਉਹਨੂੰ ਏਕੇ ਦਾ ਆਧਾਰ ਮੰਨ ਕੇ ਇਲੈਕਸ਼ਨ ਹੋ ਸਕਦੀ ਹੈ, ਜਿੱਤ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤੇ ਫਿਰ ਉਹਦੇ ਵਿੱਚੋਂ ਨਿਕਲੇਗਾ ਕੀ, ਫਿਰ ਇੱਕ ਦੇ ਮੁਕਾਬਲੇ ਇੱਕ ਕੈਂਡੀਡੇਟ ਖੜਾ ਹੋ। ਬਿਲਕੁਲ। ਵੋਟਾਂ ਦੀ ਜਿਹੜੀ ਕ੍ਰਾਸ ਵੋਟਿੰਗ ਖਤਮ ਹੋ ਜਾਏਗੀ, ਵੋਟ ਵੰਡ ਖਤਮ ਹੋ ਜਾਏਗੀ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਚੇਂਜ ਆ ਜਾਏਗੀ। ਭੌਰ ਸਾਹਿਬ, ਜਦੋਂ ਮੈਂ ਜੇ ਥੋੜ੍ਹਾ ਜਿਹਾ ਪਿੱਛੇ ਤੁਹਾਨੂੰ ਲੈ ਕੇ ਜਾਵਾਂ, ਤੁਸੀਂ ਟੌਹੜਾ ਸਾਹਿਬ ਦੀ ਗੱਲ ਕੀਤੀ ਹੈ। ਜਦੋਂ ਤੁਸੀਂ ਟੌਹੜਾ ਸਾਹਿਬ ਦੇ ਨਾਲ ਸ਼ੁਰੂ ਕੀਤੀ, ਜਦੋਂ ਸ਼ੁਰੂ 'ਚ ਗਏ ਆ ਤੁਸੀਂ, ਉਸ ਵੇਲੇ ਟੌਹੜਾ ਸਾਹਿਬ ਦੇ ਨਾਲ ਤੁਸੀਂ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਔਰ ਬੜਾ ਵਧੀਆ। ਉਸ ਵੇਲੇ ਇੱਕ ਗੱਲ ਬੜੀ ਵਧੀਆ ਹੁੰਦੀ ਸੀ ਕਿ ਜੇ ਕਿਸੇ ਨੇ ਕੋਈ ਗੱਲ ਪੁੱਛੀ ਆ ਤਾਂ ਉਹਦਾ ਇਮੀਡੀਏਟਲੀ ਫਟਾਫਟ ਉਹਦਾ ਜਵਾਬ ਮਿਲ ਜਾਂਦਾ ਸੀ। ਹੁਣ ਬਹੁਤ ਸਾਰੇ ਪਿਛਲੇ, ਤੁਸੀਂ ਵੀ ਇੱਥੇ ਜ਼ਿਆਦਾ ਜਾਣਦੇ ਹੋ, ਅਸੀਂ ਬਾਹਰ ਬੈਠੇ ਵੀ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹਨਾਂ ਦਾ ਧਰਨੇ ਲਾਏ ਜਾਂਦੇ ਆ। ਸ਼੍ਰੋਮਣੀ ਕਮੇਟੀ ਦੇ ਖਿਲਾਫ ਧਰਨੇ ਲਾਉਣਾ ਆਪਣੇ ਆਪ ਵਿੱਚ ਇੱਕ ਬੇਅਦਬੀ ਵਾਲੀ ਗੱਲ ਹੈ। ਜਿਹੜੀ ਸਾਡੀ ਸਿਰਮੌਰ ਜਿਹੜੀ ਸਾਡੀ ਸੰਸਥਾ ਹੈ, ਜੇ ਉਹਦੇ ਖਿਲਾਫ ਕੋਈ ਧਰਨਾ ਲਾਉਂਦਾ ਤਾਂ ਸਾਨੂੰ ਆਪਣੇ ਆਪ ਹੀ ਉਹਦੇ 'ਤੇ ਥੋੜ੍ਹੀ ਜਿਹੀ ਸ਼ਰਮ ਮਹਿਸੂਸ ਹੁੰਦੀ ਹੈ। ਉੱਥੇ ਧਰਨੇ ਲਾਈ ਜਾਂਦੇ, 328 ਸਰੂਪਾਂ ਦੀ ਗੱਲ ਕੀਤੀ ਜਾਂਦੀ ਹੈ, ਪੁੱਛਿਆ ਜਾਂਦਾ। ਉੱਥੇ ਜਿਹੜੀ ਲੰਗਰਾਂ ਦੇ ਵਿੱਚ ਘੁਟਾਲੇ ਦੀ ਗੱਲ ਕੀਤੀ ਜਾਂਦੀ ਹੈ, ਰੁਮਾਲਿਆਂ ਦੀ ਗੱਲ ਕੀਤੀ ਜਾਂਦੀ ਹੈ। ਬਹੁਤ ਸਾਰੇ ਇਸ਼ੂ ਇੱਦਾਂ ਦੇ ਆ, ਉਹਨਾਂ ਨੂੰ ਹੱਲ ਕਰਨ ਦੀ ਬਜਾਏ ਉਹਨਾਂ ਦਾ ਜਵਾਬ ਉਲਟੇ ਪੁਲਟੇ ਤਰੀਕੇ ਨਾਲ ਦਿੱਤਾ ਜਾਂਦਾ। ਇਹ ਸਾਰਾ ਕੁਝ ਜਿਹੜਾ ਆ ਤੁਹਾਡੀ ਨਜ਼ਰ ਦੇ ਵਿੱਚ ਇਹਨੂੰ ਦਰੁਸਤ ਕਰਨ ਲਈ ਕਰਨਾ ਕੀ ਚਾਹੀਦਾ ਹੈ? ਨਹੀਂ, ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਟਰਾਂਸਪੇਰੈਂਟ ਸਿਸਟਮ ਹੈ। ਇਹ ਇੱਦਾਂ ਨਹੀਂ ਹੈ ਵੀ ਜੋ ਮਰਜ਼ੀ ਕਰੀ ਜਾਓ ਤੇ ਇਹ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ ਬੰਦਾ, ਕੋਈ ਜਿੰਨਾ ਮਰਜ਼ੀ ਵੱਡਾ ਅਹੁਦੇਦਾਰ ਹੋਵੇ ਜੀ। ਸ਼੍ਰੋਮਣੀ ਕਮੇਟੀ ਦਾ ਹਾਊਸ ਸੁਪਰੀਮ ਆ। ਹਾਊਸ ਆਪਣੀਆਂ ਪਾਵਰਾਂ ਐਗਜ਼ੈਕਟਿਵ ਨੂੰ ਤੇ ਅਹੁਦੇਦਾਰਾਂ ਨੂੰ ਦਿੰਦਾ। ਅਹੁਦੇਦਾਰ ਵੀ ਆਪਣੀ ਮਰਜ਼ੀ ਨਾਲ ਨਾ ਕੋਈ ਖਰੀਦ ਕਰ ਸਕਦੇ, ਨਾ ਕੋਈ ਵੇਚ ਕਰ ਸਕਦੇ। ਠੀਕ ਹੈ। ਸਬ ਕਮੇਟੀਆਂ ਬਣਦੀਆਂ, ਜੇ ਕੋਈ ਉਹ ਖਰੀਦ ਹੁੰਦੀ ਆ ਫਿਰ ਐਗਜ਼ੈਕਟਿਵ 'ਚ ਆਉਂਦੀ ਆ, ਐਗਜ਼ੈਕਟਿਵ ਫਿਰ ਉਹਨੂੰ ਪ੍ਰਵਾਨ ਕਰਦੀ ਆ, ਪ੍ਰਵਾਨ ਕਰਨ ਤੋਂ ਬਾਅਦ ਉਹ ਸਾਰਾ ਕੁਝ ਹੁੰਦਾ। ਠੀਕ ਹੈ। ਅੱਛਾ, ਜਿਹੜੀ ਗੱਲ ਹੋਰ ਜਿਹੜੀਆਂ ਤੁਸੀਂ ਮਸਲੇ ਉਠਾਏ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਦਾ ਜਾਂ ਹੋਰ ਸਾਰਾ ਕੁਝ, ਮੈਂ ਇਹ ਸਮਝਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਵਿੱਚ ਪਿਛਲੇ ਸਮੇਂ 'ਚ ਅਸਫਲ ਰਹੀ ਹੈ। ਜਿਹੜੇ ਬੰਦਿਆਂ ਦੇ ਸਮੇਂ ਦੇ ਉੱਤੇ ਇਹ ਸਾਰਾ ਕੁਝ ਘਟਨਾਕ੍ਰਮ ਵਾਪਰਿਆ, ਉਹ ਕੌਮ ਨੂੰ ਸਹੀ ਸੱਚ ਦੱਸਣ ਦੇ ਅਸਮਰੱਥ ਰਹੇ। ਬਿਲਕੁਲ। ਜਦੋਂ ਇੱਕ ਚੀਜ਼ ਗਲਤ ਕਹਿ ਦਿੱਤੀ ਜਾਵੇ ਤੇ ਫਿਰ ਗਲਤੀ ਤੋਂ ਗਲਤੀ ਹੁੰਦੀ ਰਹਿੰਦੀ ਹੈ। ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕੋਈ ਵੀ ਡਿਪਾਰਟਮੈਂਟ, ਹਾਂਜੀ, ਉਹਨੂੰ ਚਲਾਉਣ ਦਾ ਢੰਗ ਆ, ਇੱਕ ਸਿਸਟਮ ਆ ਪ੍ਰਬੰਧ ਸਕੀਮ ਥੱਲੇ। ਉਹਦੇ ਵਿੱਚ ਇੱਕ ਜਿੱਥੇ ਥੱਲੇ ਵਾਲਾ ਸਟਾਫ ਹੁੰਦਾ, ਉਹਨਾਂ ਦੇ ਉੱਪਰ ਸੁਪਰਵਾਈਜ਼ਰ ਹੁੰਦਾ, ਸੁਪਰਵਾਈਜ਼ਰ ਦੇ ਉੱਤੇ ਡਿਪਟੀ ਸੈਕਟਰੀ ਹੁੰਦਾ, ਡਿਪਟੀ ਸੈਕਟਰੀ ਦੇ ਉੱਤੇ ਐਡੀਸ਼ਨਲ ਸੈਕਟਰੀ ਹੁੰਦਾ, ਫਿਰ ਸੈਕਟਰੀ ਹੁੰਦਾ। ਉਹ ਸਾਰਾ ਡਿਪਾਰਟਮੈਂਟ ਇੱਕ ਬੰਦੇ ਇਹ ਪੂਰੀ ਚੇਨ ਚਲਾਉਂਦੀ ਹੈ। ਠੀਕ ਹੈ। ਜਿੱਥੇ ਕੋਈ ਡਿਸਕ੍ਰਿਪੈਂਸੀ ਹੁੰਦੀ ਆ ਫਿਰ ਉਹ ਸਾਰਾ ਕੁਝ ਇੱਕ ਦੂਜੇ ਨੂੰ ਦੱਸਦੇ ਪੁੱਛਦੇ ਆ, ਤੇ ਜੇ ਨਾ ਹੋਵੇ ਤਾਂ ਐਗਜ਼ੈਕਟਿਵ ਪੁੱਛਦੀ ਆ, ਪ੍ਰਧਾਨ ਪੁੱਛਦਾ, ਚੀਫ ਸੈਕਟਰੀ ਪੁੱਛਦਾ ਉਹਨਾਂ ਨੂੰ। ਤੇ ਇਹ ਟਰਾਂਸਪੇਰੈਂਟ ਸਿਸਟਮ ਹੈ, ਇਹਦੇ 'ਚ ਕੋਈ ਮਤਲਬ ਦਿੱਕਤ ਨਹੀਂ ਹੈ। ਜੇ ਕੋਈ ਕਿਸੇ ਨੇ ਲੱਭਣਾ ਹੋਵੇ ਵੀ ਕਿਹਦੀ ਗਲਤੀ ਆ, ਕੀ ਕੁਛ ਆ, ਸਾਰਾ ਕੁਝ ਕੀਤਾ ਜਾ ਸਕਦਾ। ਠੀਕ ਹੈ। ਪਰ ਜਦੋਂ ਆਪਾਂ ਸਿਰਫ ਪਰਦੇ ਪਾਉਣ ਤੱਕ ਆ ਜਾਂਦੇ ਨਾ, ਫਿਰ ਦੁਸ਼ਵਾਰੀਆਂ ਹੁੰਦੀਆਂ। ਸਿਸਟਮ ਕੋਈ ਮਾੜਾ ਨਹੀਂ ਹੈ, ਇਹਦੇ 'ਚ ਪ੍ਰਬੰਧ ਸਕੀਮ ਹੈ, ਸਰਵਿਸ ਰੂਲਸ ਆ, ਫਿਰ ਅੱਗੇ ਗੁਰਦੁਆਰਾ ਐਕਟ ਹੈ, ਉਹਨੂੰ ਸਾਰੇ ਨੂੰ ਆਪਾਂ ਫੋਲੋ ਕਰ ਸਕਦੇ ਹਾਂ। ਕੋਈ ਚੀਜ਼ ਜੇ ਉੱਥੋਂ ਜਾਂਦੀ ਆ ਉਹਦਾ ਇੱਕ ਸਿਸਟਮ ਆ, ਜੇ ਆਉਂਦੀ ਆ ਤਾਂ ਸਿਸਟਮ ਆ। ਕੋਈ ਗੱਡੀ 10 ਕਦਮ ਨਹੀਂ ਬਾਹਰ ਜਾ ਸਕਦੀ ਬਿਨਾਂ ਆਰਡਰ ਪਾਏ ਤੋਂ। ਕੋਈ ਵਿਅਕਤੀ ਕਿਸੇ ਚੀਜ਼ ਨੂੰ ਅੰਦਰੋਂ ਚੁੱਕਣ ਲੱਗਾ ਬਿਨਾਂ ਆਰਡਰ ਤੋਂ, ਬਿਨਾਂ ਆਪਣੇ ਸੀਨੀਅਰ ਤੋਂ ਪਰਮਿਸ਼ਨ ਲਿਆ, ਉਹਨੂੰ ਛੇੜ ਨਹੀਂ ਸਕਦਾ। ਇਹ ਅਣਗਹਿਲੀਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ, ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕੀ, ਜਿਹਦਾ ਨਤੀਜਾ ਇਹ ਨਿਕਲਿਆ ਵੀ ਕੌਮ ਦੇ ਵਿੱਚ ਇੱਕ ਭੰਬਲ ਭੂਸਾ ਜਿਹਾ ਪੈ ਗਿਆ। ਹੁਣ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਮੈਨੂੰ ਇੱਕ ਵਾਰੀ ਕੋਈ ਸੱਜਣ ਮਿਲ ਪਏ ਜਿਨ੍ਹਾਂ ਦਾ ਸੰਪਰਦਾਇਕ ਪਿਛੋਕੜ ਸੀ ਜੀ। ਉਹ ਇਹ ਗੱਲ ਕਰਨ ਲੱਗ ਗਏ ਜੀ ਵੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਸਾਬ ਨਹੀਂ ਦਿੰਦੀ, ਉੱਥੇ ਹੇਰਾ ਫੇਰੀਆਂ ਹੋ ਰਹੀਆਂ, ਫਲਾਨਾ ਹੋ ਰਿਹਾ, ਤਿਮਕੜਾ ਹੋ ਰਿਹਾ।
ਮੈਂ ਉਹਨਾਂ ਨੂੰ ਬੜਾ ਯਤਨ ਕੀਤਾ ਸਮਝਾਉਣ ਦਾ ਵੀ ਦੇਖੋ ਕੇਵਲ ਵਿਰੋਧ ਲਈ ਵਿਰੋਧ ਨਹੀਂ ਕਰੀਦਾ। ਬਿਲਕੁਲ। ਇਹ ਪੰਥਕ ਸੰਸਥਾਵਾਂ ਆ, ਅਸੀਂ ਵੀ ਇਸ ਸੰਸਥਾ ਦੇ ਅਹੁਦੇਦਾਰ ਰਹੇ ਹਾਂ, ਕੰਮ ਵੀ ਕੀਤਾ ਜਿੰਨਾ ਕੁ ਹੋ ਸਕਦਾ ਸੀ। ਅੱਜ ਵੀ ਬੇਸ਼ੱਕ ਸਾਡੀ ਸੁਰ ਜਿਹੜੀ ਆ ਉਹਨਾਂ ਤੋਂ ਉਲਟ ਹੈ, ਅਸੀਂ ਉਹਨਾਂ ਦੀ ਸੋਚ ਨਾਲ ਨਹੀਂ ਚੱਲ ਰਹੇ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਸੰਸਥਾਵਾਂ ਪੰਥ ਦਾ ਮਾਣ ਆ, ਇਹਨਾਂ ਨੂੰ ਬਚਾਉਣਾ ਚਾਹੀਦਾ ਜੇ ਪੰਥ ਨੇ ਤਕੜੇ ਹੋਣਾ। ਉਹ ਹਟੇ ਨਾ, ਨਹੀਂ ਸਮਝੇ ਗੱਲ ਨੂੰ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਤਾਂ ਹਿਸਾਬ ਮੰਗਦੇ, ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੀਆਂ ਗੋਲਕਾਂ 'ਚ ਪੈਸੇ ਕੌਣ ਪਾਉਂਦਾ? ਸੰਗਤ ਪਾਉਂਦੀ ਆ ਨਾ। ਬਿਲਕੁਲ। ਸ਼੍ਰੋਮਣੀ ਕਮੇਟੀ ਦਾ ਲਿਖ ਕੇ ਮਹੀਨੇ ਬਾਅਦ ਗੁਰਦੁਆਰਾ ਗਜਟ ਛਾਪ ਦਿੰਦੀ ਆ ਵੀ ਸਾਨੂੰ ਇੰਨੀ ਆਮਦਨ ਹੋਈ ਕਿ ਇੰਨਾ ਖਰਚਾ ਹੋਇਆ। ਮੈਨੂੰ ਕੋਈ ਤੁਹਾਡੇ ਵਰਗਾ ਅਖੌਤੀ ਸਾਧ ਦੱਸੇ ਵੀ ਉਹਨੇ ਇਹ ਕਦੀ ਗੋਲਕ ਦਾ ਹਿਸਾਬ ਸੰਗਤ ਨੂੰ ਦਿੱਤਾ ਹੋਵੇ, ਮੈਂ ਗੱਡੀਆਂ ਕਿੰਨੀਆਂ ਲੈ ਲਈਆਂ, ਜ਼ਮੀਨ ਕਿੰਨੀ ਲੈ ਲਈ, ਬਿਲਕੁਲ, ਤੇ ਪੁੱਤਾਂ ਦੇ ਵਿਆਹਾਂ ਤੇ ਕਿੰਨਾ ਖਰਚਾ। ਉਹ ਤੁਸੀਂ ਨਿੱਜੀ ਪ੍ਰਾਪਰਟੀ ਬਣਾ ਕੇ ਵਰਤ ਰਹੇ ਆ, ਸਵਾਲ ਸ਼੍ਰੋਮਣੀ ਕਮੇਟੀ ਕੋ ਪੁੱਛ ਰਹੇ। ਬਿਲਕੁਲ। ਇਹ ਐਸਾ ਇੱਕ ਕਿਓਸ ਕ੍ਰੀਏਟ ਹੋ ਗਿਆ। ਇਹ ਮੈਂ ਬਾਹਰ ਵੀ ਫਿਰਦਾ ਸਾਰੇ ਜੀ। ਹੁਣ ਗੁਰਦੁਆਰੇ ਦਾ ਕਨਸੈਪਟ ਜਿਹੜਾ ਸੀ ਉਹ ਬਦਲ ਗਿਆ। ਬਦਲ ਇਸ ਤਰ੍ਹਾਂ ਗਿਆ ਵੀ ਬਹੁਤੇ ਥਾਈਂ ਪ੍ਰਾਈਵੇਟ ਟਰਸਟ ਬਣਾ ਕੇ ਲੋਕਾਂ ਨੇ ਗੁਰਦੁਆਰੇ ਬਣਾ ਲਿਆ। ਬਿਲਕੁਲ। 4-4 5-5 ਬੰਦੇ ਰਲ ਗਏ, ਉਹਨਾਂ ਨੇ ਕਿਸੇ ਨੇ ਘਰਾਂ ਤੇ ਲੋਨ ਲੈ ਕੇ, ਕਿਸੇ ਨੇ ਬੈਂਕਾਂ ਤੋਂ ਕਰਜ਼ਾ ਚੱਕ ਕੇ ਉਹ ਗੁਰਦੁਆਰਾ ਸਾਹਿਬ ਖੋਲ੍ਹ ਲਏ। ਉੱਥੇ ਜਿੰਨੀ ਸੰਗਤ ਆ ਗੁਰਦੁਆਰਾ ਸਾਹਿਬ ਕੇ ਗੋਲਕ 'ਚ ਪੈਸੇ ਪਾਉਂਦੀ ਹੈ ਤੇ ਟਰਸਟ ਆਪ ਵੰਡ ਕਰਦਾ ਉਹਦੀ ਆਮਦਨ ਦੀ। ਬਿਲਕੁਲ। ਉਹ ਆਮਦਨ ਦੇ ਖਰਚ ਦੀ ਵੰਡ ਕਰਦਾ, ਫਿਰ ਉਹਦੀਆਂ ਰਿਟਰਨਾਂ ਭਰਦਾ। ਮਾਲਕ ਉਹਦੇ 5 ਜਣੇ ਬਣ ਗਏ, ਜਿਹੜਾ ਨਹੀਂ ਹੋ ਸਕਦਾ ਸੀ। ਬਿਲਕੁਲ। ਇਹ ਸਾਰੀ ਦੁਨੀਆ ਦੇ ਵਿੱਚ ਇਹ ਵਰਤਾਰਾ ਐਸਾ ਬਣ ਗਿਆ ਵੀ ਜਿਹਦੇ ਕੋਲ ਕੁਰਸੀ ਆ ਉਹ ਛੱਡਣ ਨੂੰ ਤਿਆਰ ਨਹੀਂ। ਹੁਣ ਜਿਹੜੇ ਉਹ 5 ਬੰਦੇ ਟਰਸਟੀ ਬਣ ਗਏ, ਉਹਨਾਂ ਨੇ ਆਪਣੀ ਮਰਜ਼ੀ ਦਾ ਇੱਕ ਹਾਊਸ ਬਣਾ ਲਿਆ, ਪਰਿਵਾਰਾਂ ਨੂੰ 100 ਕੁ ਮੈਂਬਰ ਭਰਤੀ ਕਰ ਲਿਆ। ਬਿਲਕੁਲ। ਉਹ ਕਿਸੇ ਨੂੰ ਦਖਲ ਹੀ ਨਹੀਂ ਦੇਣ ਦਿੰਦੇ ਵਿੱਚ, ਆਮ ਸੰਗਤ ਦਾ ਦਖਲ ਹੀ ਨਹੀਂ ਉਹਦੇ 'ਚ ਕੋਈ। ਬਿਲਕੁਲ। ਹੁਣ ਮੈਂ ਕੈਨੇਡਾ ਜਾਂਦਾ, ਕੈਨੇਡਾ ਦੇ ਵਿੱਚ ਸਿਰਫ 2 ਗੁਰਦੁਆਰੇ ਸੀ ਪਹਿਲਾਂ, ਇੱਕ ਗੁਰੂ ਨਾਨਕ ਦਰੀ ਸਾਹਿਬ ਸਰੀ ਡੈਲਟਾ ਵਾਲਾ ਤੇ ਇੱਕ ਰੌਸ ਸਟਰੀਟ ਵਾਲਾ ਗੁਰਦੁਆਰਾ ਸਾਹਿਬ ਜੀ। ਦੋਨਾਂ 'ਚ ਵੋਟਾਂ ਪੈਂਦੀਆਂ ਸੀ, ਸਾਰੇ ਕੈਨੇਡਾ ਤੋਂ ਆ ਕੇ ਵੋਟਾਂ ਪਾਉਂਦੇ ਸੀ। ਤੇ ਹੁਣ ਉਹ ਮੇਰੇ ਖਿਆਲ 2 ਹੀ ਰਹਿ ਗਏ, ਤੇ ਬਾਕੀ ਉੱਥੇ ਗੁਰਦੁਆਰੇ ਤਾਂ 50 ਖੁੱਲ੍ਹ ਗਏ ਹੋਣਗੇ, ਪਰ ਸੰਗਤੀ ਗੁਰਦੁਆਰਾ ਕੋਈ ਨਹੀਂ, ਸਾਰੇ ਟਰਸਟ ਬਣ ਗਏ। ਬਹੁਤ ਸਾਰੇ ਥਾਵਾਂ ਤੇ ਜਦੋਂ ਗੁਰਦੁਆਰਾ ਨਿੱਜੀ ਜਾਇਦਾਦ ਬਣ ਜਾਏ ਤੇ ਫਿਰ ਇਹ ਦੁਸ਼ਵਾਰੀਆਂ ਆਉਂਦੀਆਂ। ਬਿਲਕੁਲ। ਕਿਉਂਕਿ ਜੇ ਮੈਂ ਮਿਸਾਲ ਦੇ ਤੌਰ ਤੇ ਕਹਿੰਦਾ, ਇੱਕ ਪ੍ਰਾਈਵੇਟ ਟਰਸਟ ਥੱਲੇ ਚੱਲਦਾ ਗੁਰਦੁਆਰਾ ਜੀ, ਉਹਦੀ ਜਿਹੜੀ ਗੋਲਕ ਹੈ, ਉਹਦੀ ਆਮਦਨ ਆ ਜਾਂ ਖਰਚਾ, ਉਹਦੇ ਜ਼ਿੰਮੇਵਾਰ ਉਹ 5-4 ਟਰਸਟੀ ਹੈ ਜੀ। ਕਈਆਂ ਦੀ ਆਮਦਨ ਦਾ ਸਾਧਨ ਹੀ ਉਹ। ਸਵਾਲ ਤਾਂ ਉਹਨਾਂ ਨੂੰ ਵੀ ਪੁੱਛਣਾ ਬਣਦਾ ਵੀ ਗੋਲਕ 'ਚ ਪੈਸੇ ਅਸੀਂ ਗੁਰੂ ਸਾਹਿਬ ਨੂੰ ਭੇਟ ਕਰਦੇ ਹਾਂ, ਤੁਸੀਂ ਆਪਣੇ ਨਿੱਜੀ ਪ੍ਰਬੰਧ ਨੂੰ ਕਿਵੇਂ ਨਿੱਜੀ ਸਥਾਪਿਤ ਕਰ ਲਿਆ, ਤੁਸੀਂ ਨਿੱਜੀ ਟਰਸਟ ਕਿਵੇਂ ਬਣਾ ਲਿਆ, ਤੁਸੀਂ ਕਿਵੇਂ ਗੋਲਕ ਦੀ ਵੰਡ ਕਿਵੇਂ ਕਰ ਰਹੇ ਹੋ, ਤੁਹਾਨੂੰ ਕਿਹਨੇ ਅਧਿਕਾਰ ਦਿੱਤਾ। ਪਰ ਬਹੁਤੇ ਥਾਈਂ ਸਵਾਲ ਉਹ ਪੁੱਛ ਰਹੇ ਆ ਜਿਹੜੇ ਖੁਦ ਇਸ ਸਿਸਟਮ ਦੇ ਵਿੱਚ। ਦਰਸ਼ਕੋ, ਆਪ ਜੀ ਨੇ ਪ੍ਰੋਗਰਾਮ ਦੇਖਿਆ, ਭੌਰ ਸਾਹਿਬ ਦੇ ਵਿਚਾਰ ਸੁਣੇ ਨੇ। ਜਿਹੜੀ ਬੇਬਾਕੀ ਦੀ ਮੈਂ ਗੱਲ ਪਹਿਲਾਂ ਕੀਤੀ ਸੀ, ਉਸੇ ਬੇਬਾਕੀ ਦੇ ਨਾਲ ਉਹਨਾਂ ਨੇ ਆਪਣੇ ਵਿਚਾਰ ਦੱਸੇ ਨੇ। ਮੈਂ ਤੇ ਸਰਦਾਰ ਸੁਖਦੇਵ ਸਿੰਘ ਜੀ ਭੌਰ ਅਸੀਂ ਆਪ ਜੀ ਤੋਂ ਵਿਦਾ ਲਵਾਂਗੇ, ਤੇ ਅਗਲੇ ਐਪੀਸੋਡ ਦੇ ਵਿੱਚ ਨਵਾਂ ਇਸ਼ੂ, ਨਵੀਂ ਸ਼ਖਸੀਅਤ ਨਾਲ ਆਪ ਜੀ ਨੂੰ ਫਿਰ ਮੈਂ ਰੂਬਰੂ ਕਰਾਵਾਂਗਾ। ਉਦੋਂ ਤੱਕ ਰੱਖੋ ਖਿਆਲ, ਤੇ ਮੈਨੂੰ ਤੇ ਭੌਰ ਸਾਹਿਬ ਨੂੰ ਦਿਓ ਆਗਿਆ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।